ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਕੁਝ ਬੇਨਤੀ ਕਰਨ ਵਾਸਤੇ ਲਾਈਵ ਹੋਏ ਹਾਂ। ਜਿੱਦਾਂ ਕਿ ਇਹ ਇੱਕ ਵੀਡੀਓ ਘੁੰਮ ਰਹੀ ਹੈ ਜਸਵਿੰਦਰ ਸਿੰਘ ਨਿਹੰਗ ਦੀ, ਜੋ ਕਿ ਇੱਕ ਗੁਟਕਾ ਸਾਹਿਬ ਦਿਖਾ ਰਿਹਾ ਹੈ। ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿੰਦੇ ਹਾਂ ਕਿ ਪਿਛਲੇ ਦਿਨਾਂ ਤੋਂ ਬ੍ਰਹਮ ਕਵਚ ਨਾਮੀ ਇੱਕ ਰਚਨਾ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਜੋੜਿਆ ਜਾ ਰਿਹਾ ਹੈ। ਕੁਝ ਜਿਹੜੇ ਸ਼ਰਾਰਤੀ ਲੋਕ ਹਨ ਇਸ ਰਚਨਾ ਨੂੰ ਕਲਗੀਧਰ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਦਸਮ ਗ੍ਰੰਥ ਸਾਹਿਬ ਜੀ ਦੀ ਰਚਨਾ ਦੱਸ ਰਹੇ ਹਨ। ਦਮਦਮੀ ਟਕਸਾਲ ਵੱਲੋਂ ਅਤੇ ਦਮਦਮੀ ਟਕਸਾਲ ਦੇ ਮੌਜੂਦਾ ਮਹਾਂਪੁਰਖ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਪਹਿਲਾਂ ਹੀ ਆਪਣਾ ਜਿਹੜਾ ਪੱਖ ਹੈ ਉਹ ਸੰਗਤ ਦੇ ਸਾਹਮਣੇ ਰੱਖ ਦਿੱਤਾ ਗਿਆ ਹੈ ਕਿ ਇਹ ਜਿਹੜੀ ਰਚਨਾ ਹੈ ਇਹ ਕਲਗੀਧਰ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਚਨਾ ਨਹੀਂ ਹੈ। ਜਸਵਿੰਦਰ ਸਿੰਘ ਨਿਹੰਗ ਨੇ ਇੱਕ ਵੀਡੀਓ ਅਪਲੋਡ ਕੀਤੀ, ਉਸ ਦੇ ਵਿੱਚ ਜਿਹੜੇ ਸਬੂਤ ਦਿੱਤੇ ਹੈ ਉਹ ਬੜੇ ਹੀ ਤੁੱਛ ਜੇ ਅਤੇ ਇੱਕ ਮਕਾਰੀ ਦਾ ਸਬੂਤ ਦੇਦਿਆਂ ਹੋਇਆਂ ਸਿਰੇ ਦਾ ਝੂਠ ਬੋਲਿਆ। ਭਾਈ ਤੁਹਾਨੂੰ ਇਹ ਗੱਲ ਦੱਸ ਦੇਣਾ ਚਾਹੁੰਦੇ ਆ ਕਿ ਜੇਕਰ ਕਿ ਤੁਸੀਂ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਦਾ ਵਿਰੋਧ ਕਰਨਾ ਹੀ ਹੈ ਤੇ ਕਿਸੇ ਦਲੀਲ ਨਾਲ ਕਰੋ। ਐਵੇਂ ਈਰਖਾ ਦੇ ਵਸ ਦੇ ਵਿੱਚ ਆ ਕੇ ਬਿਨਾਂ ਕਿਸੇ ਕਾਰਨ ਤੋਂ ਝੂਠ ਨਾ ਬੋਲੋ। ਉਸ ਵੀਡੀਓ ਦੇ ਵਿੱਚ ਜਸਵਿੰਦਰ ਸਿੰਘ ਨਿਹੰਗ ਨੇ ਦੱਸਿਆ ਕਿ ਮੇਰੇ ਕੋਲ ਇੱਕ ਗੁਟਕਾ ਸਾਹਿਬ ਹੈ ਜੋ ਕਿ ਦਮਦਮੀ ਟਕਸਾਲ ਦੇ 14ਵੇਂ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਸਮੇਂ ਦਾ, ਜਦੋਂ ਮਹਾਂਪੁਰਖਾਂ ਨੂੰ ਜੇਲ੍ਹ ਦੇ ਵਿੱਚ ਲਿਜਾਇਆ ਜਾ ਰਿਹਾ ਸੀ 1981 ਦੇ ਵਿੱਚ। ਬੜੀ ਹਲਕੀ ਫੁਲਕੀ ਜੀ ਦਲੀਲ ਦਿੱਤੀ ਤੇ ਜਿਹੜਾ ਗੁਟਕਾ ਸਾਹਿਬ ਸੰਗਤ ਜੀ ਉਸਨੇ ਵਿਖਾਇਆ, ਤੁਸੀਂ ਉਸ ਗੁਟਕਾ ਸਾਹਿਬ ਨੂੰ ਬੜੇ ਹੀ ਧਿਆਨ ਦੇ ਨਾਲ ਦੇਖਿਓ। ਉਸ ਗੁਟਕਾ ਸਾਹਿਬ ਦੇ ਵਿੱਚ ਜਿਹੜੀ ਪ੍ਰਿੰਟਿੰਗ ਹੈ ਉਹ ਤੁਹਾਨੂੰ ਕੰਪਿਊਟਰਾਈਜ਼ ਦਿਸੂਗੀ। ਨਾਲ ਦੀ ਨਾਲ ਉਸ ਦੇ ਪਾਸੇ ਚਾਰੇ ਪਾਸੇ ਇੱਕ ਵੇਲ ਵੀ ਹੋਇਆ ਕਰਦੀ ਹੈ, ਉਹ ਵੀ ਤੁਹਾਨੂੰ ਕੰਪਿਊਟਰ ਫੌਂਟ ਦੇ ਨਾਲ ਨਜ਼ਰ ਆਵੇਗੀ। ਪਰ ਜਿਹੜੇ ਸਮੇਂ ਦੀ ਇਹ ਜਸਵਿੰਦਰ ਸਿੰਘ ਨਿਹੰਗ ਗੱਲ ਕਰ ਰਿਹਾ ਉਹ ਸਮਾਂ ਸੰਗਤ ਜੀ 1981 ਦਾ। ਉਸ ਸਮੇਂ ਜਿਹੜਾ ਹੈ ਕੰਪਿਊਟਰ ਫੌਂਟ ਨਹੀਂ ਸੀ ਚੱਲਦਾ। ਉਸ ਸਮੇਂ ਸਿੱਕੇ ਦੇ ਨਾਲ ਛਪਾਈ ਹੋਇਆ ਕਰਦੀ ਸੀ। ਜਿਹੜੇ ਸੂਝਵਾਨ ਸਿੰਘ ਹੈ ਜਾਂ ਜਿਹੜੇ ਜਾਣਕਾਰੀ ਰੱਖਦੇ ਹੈ, ਜਿਹੜੇ ਪ੍ਰਿੰਟਿੰਗ ਪ੍ਰੈਸਾਂ ਦੇ ਵਿੱਚ ਕੰਮ ਕਰਦੇ ਆ, ਉਹਨਾਂ ਨੂੰ ਪਤਾ ਇਸ ਗੱਲ ਦਾ। ਬੜੀ ਹੀ ਬੁਜ਼ਦਿਲੀ ਦੇ ਨਾਲ ਮੈਂ ਕਹੂੰਗਾ ਅਤੇ ਬੜੀ ਮਕਾਰੀ ਦੇ ਨਾਲ ਉਹਨਾਂ ਨੇ ਉਹ ਰਚਨਾ ਜਿਹੜੀ ਵੱਡੇ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਨੇ ਆਪਣੇ ਗੁਟਕੇ ਦੇ ਵਿੱਚ ਕਦੀ ਛਾਪੀ ਨਹੀਂ, ਉਸ ਰਚਨਾ ਨੂੰ ਮਹਾਂਪੁਰਖਾਂ ਦੇ ਨਾਲ ਜੋੜਿਆ ਗਿਆ। ਮੈਂ ਹੈਰਾਨ ਹੋਇਆ ਕਿ ਜੇਕਰ ਕਿ ਇਲਜ਼ਾਮ ਲਾਉਣੇ ਹੀ ਐ ਤੇ ਕੋਈ ਚੱਜ ਦਾ ਲਾ ਲੈਂਦੇ। ਇੱਥੋਂ ਤੱਕ ਡਿੱਗ ਗਈ ਈਰਖਾ ਦੇ ਵਸ ਹੋ ਕੇ ਤੁਹਾਨੂੰ ਵੱਡੇ ਮਹਾਂਪੁਰਖਾਂ ਦਾ ਨਾਮ ਆਪਣੇ ਝੂਠ ਦੇ ਨਾਲ ਮਿਲਾਉਣਾ ਪਿਆ। ਤੁਸੀਂ ਦੂਸਰਿਆਂ ਨੂੰ ਗੱਲਾਂ ਕਰਦੇ ਹੋ, ਦੂਸਰਾ ਮਕਾਰ, ਦੂਸਰਾ ਝੂਠਾ। ਆਪ ਤੁਸੀਂ ਸਿਰੇ ਦੇ ਝੂਠ ਬੋਲਦੇ ਆਏ ਹੋ ਤੇ ਸੰਗਤ ਨੂੰ ਹੁਣ ਤੱਕ ਤੁਸੀਂ ਝੂਠ ਹੀ ਬੋਲਿਆ, ਮਹਾਂਪੁਰਖਾਂ ਦਾ ਨਾਮ ਹੀ ਵਰਤਿਆ। ਹੁਣ ਸੰਗਤ ਜੀ ਜਿਹੜਾ ਗੁਟਕਾ ਉਹਨੇ ਵਿਖਾਇਆ ਉਹ ਤੁਸੀਂ ਦੇਖ ਲਿਆ। ਹੁਣ ਤੁਹਾਨੂੰ ਅਸੀਂ ਮਹਾਂਪੁਰਖਾਂ ਦਾ ਜਿਹੜਾ ਅਸਲੀ ਗੁਟਕਾ ਹੈ ਉਸ ਦੇ ਦਰਸ਼ਨ ਕਰਾਉਂਦੇ ਹਾਂ। ਪਹਿਲਾਂ ਤੁਸੀਂ ਇਸ ਗੁਟਕਾ ਸਾਹਿਬ ਦੀ ਉੱਪਰਲੀ ਜਿਲਤ ਵੇਖੋ। ਇਸ ਜਿਲਤ ਤੋਂ ਲੱਗਦਾ ਹੈ ਕਿ ਇਹ ਬਹੁਤ ਪੁਰਾਤਨ ਗੁਟਕਾ ਹੈ ਤੇ ਹੈ ਵੀ ਪੁਰਾਤਨ ਉਸ ਸਮੇਂ ਦਾ। ਤੁਸੀਂ ਉੱਪਰ ਵੇਖੋਗੇ ਤੇ ਤੁਸੀਂ ਉਹਦੀ ਵੀਡੀਓ ਦੇ ਵਿੱਚ ਵੇਖ ਲਿਓ ਕਿ ਉਸ ਦੀ ਵੀਡੀਓ ਦੇ ਵਿੱਚ ਜਥਾ ਭਿੰਡਰਾਂ ਮਹਿਤਾ ਲਿਖਿਆ ਹੋਇਆ, ਜੋ ਕਿ ਉਸ ਸਮੇਂ ਦਾ ਸਰਲੇਖ ਨਹੀਂ ਸੀ। ਤੁਹਾਨੂੰ ਸਰਲੇਖ ਦੱਸ ਰਿਹਾ। ਇੱਕ ਓੰਕਾਰ ਸਤਿਗੁਰ ਪ੍ਰਸਾਦ ਨਿਤਨੇਮ ਪ੍ਰਕਾਸ਼ਕ ਦਮਦਮੀ ਟਕਸਾਲ ਚੌਂਕ ਮਹਿਤਾ ਸ਼੍ਰੀ ਅੰਮ੍ਰਿਤਸਰ ਸਾਹਿਬ। ਹੁਣ ਅੱਗੇ ਆਪਾਂ ਆਉਂਦੇ ਹਾਂ, ਤੁਹਾਨੂੰ ਨਾਲ ਦੀ ਨਾਲ ਦਰਸ਼ਨ ਵੀ ਕਰਾ ਰਹੇ ਹਾਂ। ਅਗਲਾ ਅੰਕ ਨਿਕਲਿਆ, ਉਸ ਦਾ ਸਰਲੇਖ ਵੇਖੋ। ਇੱਕ ਓੰਕਾਰ ਸਤਿਗੁਰ ਪ੍ਰਸਾਦ ਨਿਤਨੇਮ, ਨਾਲ ਦੀ ਨਾਲ ਪ੍ਰਕਾਸ਼ਕ ਸੱਚਖੰਡ ਵਾਸੀ
संत ज्ञानी गुरबचन सिंह जी खालसा भिंडरां वालियां दे हत्थी वरो साहिब उत्तराधिकारी, संत ज्ञानी करतार सिंह जी खालसा दा उत्तराधिकारी दासनदास जरनैल सिंह खालसा जथा भिंडरा मेहता। ये जिहड़ा सरलेख है महापुरखां दे समय दे जिहड़े गुटके आ उहनां विच आउंदा है। अगे तुहानूं तत्करा भी विखा रहे हाँ। तत्करे दे विच 5 बाणियां दे दर्शन तुसीं कीते है। नाल दी नाल शाम दीयां बाणियां दे विच रहरास साहिब अरदास आई है। रात दी बाणी दे विच रखिया दे शब्द अते कीर्तन सोले दी बाणी दे जाप जिहड़े हन ओह दस्से गए हन। नाल दी नाल अंग भी जिहड़े हन उस गुटका साहिब दे ओह भी तुहानूं दिस रहे हन। अते होर बाणियां दे विच सिर्फ शब्द हजारे अते 12 माह माज। ये जिहड़ा सरलेख है ये तुहानूं नज़री आ रहा। हुण तुहानूं उस दा एक झूठ जो कि संगत दे सामने बोलिया गया है तुहानूं दर्शन भी करवा रहे हैं कि ओहदा जिहड़ा छापा कंप्यूटराइज किदां, ते तुसीं वेखोगे कि ये जिहड़ा असली गुटका है जिहड़ा महापुरखां दे समय दा है, इस दे अखरां दे विच तुसीं वेखोगे कि जिद्दां लिखिया भगत, ਉਹਦੇ ਪਹਿਲਾ ਜਿਹੜਾ ਅੱਖਰ ਹੈ ਉਹਦੇ ਵਿੱਚ ਥੋੜਾ ਜਿਹਾ ਗੈਪ ਹੈ। ਇਹ ਪੁਰਾਣੇ ਸਮੇਂ ਦੇ ਜਿਹੜੇ ਪ੍ਰਿੰਟਿੰਗ ਕਰਨ ਵਾਲੇ ਹੈ ਉਹ ਇਸ ਗੱਲ ਨੂੰ ਚੰਗੇ ਤਰੀਕੇ ਨਾਲ ਜਾਣਦੇ ਆ ਤੇ ਪਹਿਚਾਣਦੇ ਵੀ ਹਨ। ਤੇ ਏਡਾ ਵੱਡਾ ਝੂਠ, ਏਡੀ ਵੱਡੀ ਮਕਾਰੀ ਸੰਤਾਂ ਦੇ ਨਾਮ ਤੇ, ਜੇ ਭਾਈ ਤੁਸੀਂ ਬ੍ਰਹਮ ਕਵਚ ਨੂੰ ਸਿੱਧ ਹੀ ਕਰਨਾ, ਕੋਈ ਵਧੀਆ ਦਲੀਲ ਦਿੰਦੇ, ਕੋਈ ਹੋਰ ਸਰੋਤ ਅੱਗੇ ਰੱਖਦੇ ਕਿ ਕੇਵਲ ਤਾਂ ਕੇਵਲ ਤੁਹਾਡੀ ਮਕਾਰੀ ਸ਼ੁਰੂ ਤੋਂ ਲੈ ਕਰਕੇ ਹੁਣ ਤੱਕ ਐਡੀ ਹੋਈ ਹੈ ਬਈ ਤੁਸੀਂ ਸੰਤਾਂ ਦਾ ਨਾਮ ਹੀ ਵਰਤਿਆ, ਜਾਂ ਤੇ ਜਸਵਿੰਦਰ ਨਿਹੰਗ ਇਸ ਗੱਲ ਦੀ ਮੁਆਫੀ ਮੰਗੇ ਕਿ ਮੈਂ ਜਿਹੜਾ ਉਹ ਗੁਟਕਾ ਸਾਹਿਬ ਵਿਖਾਇਆ ਉਹ ਗਲਤ ਵਿਖਾਇਆ ਸਾਜ਼ਿਸ਼ ਦੇ ਤਹਿਤ, ਤੇ ਜਾਂ ਅਸੀਂ ਉਹਨੂੰ ਚੈਲੰਜ ਕਰਦੇ ਆ ਭਾਈ ਜਿਹੜਾ ਗੁਟਕਾ ਸਾਹਿਬ ਦੀ ਤੂੰ ਗੱਲ ਕਰਦਾ ਹੈ, ਤੂੰ ਇਹ ਗੱਲ ਕਰ ਰਿਹਾ ਕਿ ਮੈਂ 500 ਗੁਟਕਾ ਸਾਹਿਬ ਮਹਾਂਪੁਰਖਾਂ ਨੇ ਉਸ ਸਮੇਂ ਛਪਾਏ। ਚੱਲ ਭਾਈ ਜੇ ਤੇਰੇ ਕੋਲ 500 ਨਹੀਂ ਹੈਗੇ ਤੇ ਤੂੰ ਜਿਹੜਾ ਤੇਰੇ ਕੋਲ ਗੁਟਕਾ ਸਾਹਿਬ ਹੁਣ ਹੈ ਆ, ਤੂੰ ਉਹ ਗੁਟਕਾ ਸਾਹਿਬ ਲੈ ਕੇ ਆ ਤਾਂ ਕਿ ਉਹਦਾ ਲੈਬ ਟੈਸਟਿੰਗ ਹੋ ਸਕੇ, ਉਹਦੇ ਕਾਗਜ਼ ਦੀ ਵੀ ਪਰਖ ਹੋ ਜਾਣੀ, ਉਹਦੀ ਸ਼ਾਹੀ ਦੀ ਵੀ ਪਰਖ ਹੋ ਜਾਣੀ, ਕਦੋਂ ਤੋਂ ਉਹ ਪ੍ਰਿੰਟਿੰਗ ਦੇ ਵਿੱਚ ਆਇਆ ਉਹਦਾ ਵੀ ਸਭ ਪਤਾ ਲੱਗ ਜਾਣਾ, ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ। ਇਸ ਕਰਕੇ ਝੂਠ ਨਾ ਬੋਲੋ। ਉਹਦਾ ਤੁਸੀਂ ਨਿੰਦਕਾਂ ਦਾ ਸਾਥ ਦੇਣਾ 100 ਵਾਰ ਦਵੋ। ਇੱਕ ਬਾਣੀ ਜਿਹੜੀ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੈ ਹੀ ਨਹੀਂ, ਜੇਕਰ ਕਿ ਉਸ ਬਾਣੀ ਨੂੰ ਤੁਸੀਂ 10ਵੇਂ ਪਾਤਸ਼ਾਹ ਜੀ ਦੀ ਬਾਣੀ ਕਹਿਣਾ ਹੀ ਹੈ ਤੇ ਇੱਕ ਕਲੰਕ ਆਪਣੇ ਮੱਥੇ ਤੇ ਲਾਉਣਾ ਹੈ, ਤੇ ਤੁਹਾਨੂੰ ਮੈਂ ਇੱਕ ਗੱਲ ਸਾਫ਼ ਤੌਰ ਤੇ ਕਰ ਦੇਵਾਂ, ਇਹ ਜਿਹੜਾ ਦੇਣ ਹੈ ਤੁਹਾਨੂੰ ਕਲਗੀਧਰ ਪਾਤਸ਼ਾਹ ਜੀ ਨੂੰ ਦੇਣਾ ਪੈਣਾ ਹੈ। ਇਹ ਬਾਣੀ ਤੁਸੀਂ ਬਿਨਾਂ ਕਿਸੇ ਕਾਰਨ ਤੋਂ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਉਸ ਦੇ ਵਿੱਚ ਇਹ ਸਿੱਧ ਕਰਨ ਦੇ ਵਾਸਤੇ ਤੁਸੀਂ ਇੱਕੋ ਜਿਹੀਆਂ ਹਰਕਤਾਂ ਕਰ ਰਹੇ ਹੋ। ਨਾਲ ਦੀ ਨਾਲ ਅਮਰੀਕ ਸਿੰਘ ਅਜਨਾਲਾ ਨੇ ਵੀ ਇੱਕ ਬਿਆਨ ਦਾਗਿਆ ਜਿਹੜਾ ਸਿਰਫ ਤੇ ਸਿਰਫ ਝੂਠ ਦਾ ਪਲੰਦਾ, ਸਵਾਏ ਉਸ ਦੇ ਕੁਝ ਵੀ ਨਹੀਂ, ਕਿਉਂਕਿ ਅਮਰੀਕ ਸਿੰਘ ਅਜਨਾਲਾ ਉਹ ਬੰਦਾ ਜਿਹੜਾ ਸ਼ੁਰੂ ਤੋਂ ਮਕਾਰੀ ਕਰਦਾ ਆਇਆ, ਸ਼ੁਰੂ ਤੋਂ ਹੀ ਲੈ ਕੇ ਹੁਣ ਤੱਕ ਜਿਹੜਾ ਝੂਠ ਹੀ ਝੂਠ ਅਤੇ ਦਮਦਮੀ ਟਕਸਾਲ ਦੇ ਮੌਜੂਦਾ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ भिंडरां ਵਾਲਿਆਂ ਦੇ ਨਾਲ ਤੋਂ ਵਰੋਸਾਏ ਹੋਏ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ भिंडरां ਵਾਲਿਆਂ ਦੇ ਨਾਲ ਇਹ ਈਰਖਾ ਕਰਦਾ ਆਇਆ, ਤੇ ਹੁਣ ਅੱਜ ਇਸ ਦੀ ਈਰਖਾ ਦੀ ਜਿਹੜੀ ਹੈ ਇਹਨੇ ਹੱਦਾਂ ਬੰਨੇ ਟੱਪ ਗਿਆ। ਤੇ ਮੈਂ ਇਹਨੂੰ ਵੀ ਦੱਸਣਾ ਚਾਹਾਂਗਾ, ਇਹਨੂੰ ਵੀ ਪੁੱਛਣਾ ਚਾਹਾਂਗਾ ਭਾਈ, ਜੇਕਰ ਕਿ ਤੇਰੇ ਕੋਲ ਕੋਈ ਸਰੋਤ ਹੈ ਕਿ ਬ੍ਰਹਮ ਕਵਚ ਕਿਹੜੇ ਗ੍ਰੰਥ ਦੇ ਵਿੱਚ, ਕਿਹੜੇ ਦਸਮ ਗ੍ਰੰਥ ਦੇ ਵਿੱਚ, ਕਿਹੜੇ ਦਸਮ ਦੇ ਭਾਗਾਂ ਦੇ ਵਿੱਚ ਹੈ, ਜ਼ਰੂਰ ਜਨਤਕ ਕਰੀ। ਤੇ ਜੇਕਰ ਕਿ ਨਹੀਂ ਕਰ ਸਕਦੇ ਤੇ ਤੁਹਾਨੂੰ ਇੱਕ ਗੱਲ ਕਹਿੰਦੇ ਆ ਭਾਈ, ਝੂਠ ਨਾ ਬੋਲਿਆ ਕਰੋ। ਤੁਸੀਂ ਮਹਾਂਪੁਰਖਾਂ ਦੇ ਨਾਮ ਤੇ ਬਹੁਤ ਜ਼ਿਆਦਾ ਕੁਫਰ ਤੋੜ ਰਹੇ ਹੋ, ਝੂਠ ਦੀਆਂ ਦੁਕਾਨਾਂ ਤੁਹਾਡੀਆਂ ਚੱਲ ਰਹੀਆਂ, ਤੇ ਜਿਹੜੀ ਸਾਜ਼ਿਸ਼ ਤੁਸੀਂ ਕੀਤੀ ਹੈ ਨਾ, ਸਾਨੂੰ ਉਹ ਵੀ ਪਤਾ ਕਿ ਜਿਹੜਾ 31 ਨੰਬਰ ਵਾਲਾ ਆ ਇਹ ਸਾਰੀ ਦੀ ਸਾਰੀ ਜਿਹੜੀ ਗੇਮ ਹੈ ਉਹਦੀ ਪਾਈ ਹੋਈ ਹੈ। ਉਹਨੇ ਬ੍ਰਹਮ ਕਵਚ ਲਿਖਿਆ ਆਪਣੇ ਝੂਠ ਨੂੰ ਛਪਾਉਣ ਦੇ ਵਾਸਤੇ। ਤੁਸੀਂ ਇੱਕ ਗੱਲ ਨੂੰ ਇੱਕ ਸਿੱਧ ਕਰਨ ਵਾਸਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ भिंडरां ਵਾਲਿਆਂ ਦਾ ਨਾਮ ਵਰਤਿਆ। ਤੁਹਾਨੂੰ ਇਹ ਦੇਣ ਜਿਹੜਾ ਹੈ ਇਸਦਾ ਲੇਖਾ ਤੁਹਾਨੂੰ ਜ਼ਰੂਰ ਦੇਣਾ ਪਵੇਗਾ, ਤੇ ਤੁਹਾਨੂੰ ਇਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਵੀ ਕਰਨਾ ਪਵੇਗਾ। ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਕਿ ਜੇਕਰ ਕਿ ਤੁਹਾਡੇ ਕੋਲ ਉਹ ਗੁਟਕਾ ਸਾਹਿਬ ਹੈਗਾ ਜਿਹਦਾ ਤੁਸੀਂ ਜ਼ਿਕਰ ਵਾਰ-ਵਾਰ ਕਰਦੇ ਪਏ ਹੋ, ਕੈਲੀਫੋਰਨੀਆ ਨੇ ਵੀ ਜ਼ਿਕਰ ਕੀਤਾ ਉਸ ਕਾਲੂ ਨੇ, ਉਹ ਕਹਿੰਦਾ ਕਿ ਇਹ ਗੁਟਕਾ ਸਾਹਿਬ ਦਮਦਮੀ ਟਕਸਾਲ ਦਾ ਹੈ, ਮਹਾਂਪੁਰਖਾਂ ਦੇ ਵੱਡੇ ਮਹਾਂਪੁਰਖਾਂ ਦੇ ਸਮੇਂ ਦਾ ਹੈ। ਭਾਈ ਇਹ ਗੁਟਕਾ ਲੈ ਕੇ ਆਓ,
ਤੇ ਜੇ ਨਹੀਂ ਲਿਆ ਸਕਦੇ ਤੇ ਫਿਰ ਤੁਸੀਂ ਆਪਣੀ ਹਾਰ ਪਹਿਲਾਂ ਹੀ ਸਵੀਕਾਰ ਕਰ ਲਓ। ਇਹ ਤੁਹਾਨੂੰ ਬੇਨਤੀ ਵੀ ਤੁਸੀਂ ਸਮਝ ਲਵੋ ਤੇ ਤੁਹਾਨੂੰ ਇੱਕ ਚੇਤਾਵਨੀ ਵੀ ਕਹਿੰਦੇ ਆ ਅਸੀਂ ਬਈ ਤੁਸੀਂ ਇਹ ਗੁਟਕਾ ਸਾਹਿਬ ਸਿੱਧ ਕਰਕੇ ਵਿਖਾਇਓ ਜਿਹੜਾ ਤੁਸੀਂ ਮਹਾਂਪੁਰਖਾਂ ਦੇ ਸਮੇਂ ਦਾ ਕਹਿ ਰਹੇ ਹੋ। ਤੁਸੀਂ ਇੰਨੇ ਗਿਰ ਗਏ, ਇੰਨੀ ਨੀਚ ਹਰਕਤਾਂ ਤੇ ਆ ਗਏ, ਤੁਸੀਂ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਨਾਮ ਵੀ ਵਰਤਣ ਲੱਗ ਗਏ, ਜਿਹੜਾ ਕੰਮ ਮਹਾਂਪੁਰਖਾਂ ਨੇ ਕਦੀ ਕੀਤਾ ਹੀ ਨਹੀਂ। ਤੇ ਨਾ ਹੀ ਵੱਡੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਸਮੇਂ ਹੋਇਆ, ਨਾ ਹੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਸਮੇਂ ਹੋਇਆ, ਨਾ ਹੀ ਨਾਮ ਰਸੀਏ ਸੰਤ ਬਾਬਾ ਠਾਕੁਰ ਸਿੰਘ ਜੀ ਦੇ ਸਮੇਂ ਤੇ ਹੋਇਆ। ਤੇ ਤੁਸੀਂ ਉਹ ਕੰਮ ਅੱਜ ਟਕਸਾਲ ਦੇ ਮੱਥੇ ਮੜ ਰਹੇ ਹੋ, ਜਥਾ ਭਿੰਡਰਾਂ ਮਹਿਤਾ ਦੇ ਮੱਥੇ ਮੜ ਰਹੇ ਹੋ ਕਿ ਇਹ ਜਿਹੜਾ ਗੁਟਕਾ ਸਾਹਿਬ ਹੈ ਇਹ ਵੱਡੇ ਮਹਾਂਪੁਰਖਾਂ ਨੇ ਬਣਾਇਆ ਤੇ ਉਸ ਦੇ ਵਿੱਚ ਬ੍ਰਹਮ ਕਵਚ ਦੀ ਜਿਹੜੀ ਰਚਨਾ ਹੈ, ਜਿਹੜੀ ਕਲਗੀਧਰ ਪਾਤਸ਼ਾਹ ਦੀ ਰਚਨਾ ਹੈ ਹੀ ਨਹੀਂ, ਉਹਦੇ ਵਿੱਚ ਦਰਜ ਕੀਤੀ ਹੈ। ਇਹ ਝੂਠ ਦਾ ਦੇਣ ਤੁਹਾਡੇ ਤੋਂ ਨਹੀਂ ਦਿੱਤਾ ਜਾਣਾ। ਤੇ ਜੇਕਰ ਕਿ ਤੁਹਾਡੇ ਵਿੱਚ ਹਿੰਮਤ ਹੈ ਤੇ ਪ੍ਰੂਫ ਕਰਕੇ ਵਿਖਾਇਓ ਕਿ ਇਹ ਗੁਟਕਾ ਸਾਹਿਬ ਜਿਹੜਾ ਹੈ ਉਹ ਮਹਾਂਪੁਰਖਾਂ ਦੇ ਸਮੇਂ ਦਾ ਹੈ। ਇਤਨੀਆਂ ਬੇਨਤੀਆਂ ਕਰਦਾ ਹੋਇਆ ਦਾਸ ਖੀਮਾ ਦਾ ਜਾਚਕ ਹੈ। ਤੁਸੀਂ ਗੁਟਕਾ ਸਾਹਿਬ ਜੀ ਦੇ ਦਰਸ਼ਨ ਕਰ ਲਏ ਹੈ, ਉੱਪਰਲਾ ਸਰਲੇਖ ਵੀ ਪੜ੍ਹ ਲਿਆ ਹੈ, ਜਿਲਤ ਦੀ ਜਿਹੜੀ ਵਿਉਂਤਬੰਦੀ ਆ ਉਹ ਵੀ ਵੇਖ ਲਈ ਹੈ, ਤੇ ਤੁਸੀਂ ਜਿਹੜੀ ਨਿਹੰਗਣੇ ਪੋਸਟ ਪਾਈ ਹੈ ਜਸਵਿੰਦਰ ਸਿੰਘ ਨੇ ਤੁਸੀਂ ਉਹ ਵੀ ਵੇਖ ਲਿਓ। ਤੁਹਾਨੂੰ ਆਪ ਪਤਾ ਲੱਗ ਜਾਵੇਗਾ ਝੂਠਾ ਕੌਣ ਹੈ ਤੇ ਸੱਚਾ ਕੌਣ ਹੈ, ਸੱਚ ਦਾ ਤੇ ਝੂਠ ਦਾ ਨਤਾਰਾ ਤੁਸੀਂ ਸੰਗਤ ਜੀ ਆਪ ਕਰ ਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।